ਵੈਲਕਮ ਅਗੇਨ ਸਟੂਡੈਂਟਸ। ਅਸੀਂ ਟੈਗੋਰ ਦੀ ਫਿਲਾਸਫੀ ਕੀਤੀ ਆ। ਅੱਜ ਅਸੀਂ ਗਾਂਧੀ ਦੀ ਫਿਲਾਸਫੀ ਕਰਾਂਗੇ। ਮਹਾਤਮਾ ਗਾਂਧੀ ਜੋ ਮਹਾਨ ਦੇਸ਼ ਭਗਤ ਦੇ ਨਾਲ ਮਹਾਨ ਪ੍ਰਤਿਭਾਸ਼ਾਲੀ ਸਿੱਖਿਆ ਸ਼ਾਸਤਰੀ ਵੀ ਹੋਏ ਨੇ। ਉਹਨਾਂ ਦਾ ਪੱਕਾ ਵਿਸ਼ਵਾਸ ਸੀ ਕਿ ਸਿੱਖਿਆ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਭਾਰਤੀ ਸਮਾਜ ਦੀ ਉન્નਤੀ ਹੋ ਸਕਦੀ ਹੈ। ਉਹਨਾਂ ਨੇ ਸਿੱਖਿਆ ਦੇ ਖੇਤਰ ਬਾਰੇ ਡੂੰਘਾ ਅਧਿਐਨ ਕਰਕੇ ਵੱਖ-ਵੱਖ ਪ੍ਰਯੋਗ ਕਰਕੇ ਆਪਣੇ ਠੋਸ ਸਿਧਾਂਤ ਦਿੱਤੇ ਨੇ। ਕਈ ਪੁਸਤਕਾਂ ਵੀ ਲਿਖੀਆਂ ਨੇ। ਇਸ ਖੇਤਰ ਵਿੱਚ ਉਹਨਾਂ ਨੇ ਸਿੱਖਿਆ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਤਾਂ ਇਹ ਸਿੱਖਿਆ ਜਿਹੜੀ ਆ ਅੱਜ ਦੇ ਸਮਾਜ ਲਈ ਬਹੁਤ ਮਹੱਤਵਪੂਰਨ। ਸਭ ਤੋਂ ਪਹਿਲਾਂ ਅਸੀਂ ਸਿੱਖਿਆ ਦਾ ਅਰਥ ਕਰਦੇ ਹਾਂ। ਗਾਂਧੀ ਜੀ ਨੇ ਸਿੱਖਿਆ ਦਾ ਅਰਥ ਕੀ ਦਿੱਤਾ ਹੈ? ਗਾਂਧੀ ਜੀ ਨੇ ਕਿਹਾ ਕਿ ਸਿੱਖਿਆ ਜਿਹੜੀ ਵਿਅਕਤੀ ਦੇ ਅੰਦਰੂਨੀ ਤੇ ਬਾਹਰੀ ਗੁਣਾਂ ਦਾ ਵਿਸਥਾਰ ਕਰਨਾ ਹੈ। ਗਾਂਧੀ ਜੀ ਦੇ ਸ਼ਬਦਾਂ ਵਿੱਚ ਸਿੱਖਿਆ ਤੋਂ ਮੇਰਾ ਭਾਵ ਬੱਚੇ ਦੇ ਮਨੁੱਖ ਦੇ ਮਨ ਤੇ ਆਤਮਾ ਦੇ ਅੰਦਰੂਨੀ ਗੁਣ ਮੌਜੂਦ ਗੁਣਾਂ ਦਾ ਸਭ ਤਰ੍ਹਾਂ ਨਾਲ ਸਰਵੋਤਮ ਵਿਕਾਸ ਕਰਨਾ ਹੈ। ਉਹਨਾਂ ਨੇ ਸਿੱਖਿਆ ਬਾਰੇ ਸਪਸ਼ਟ ਕੀਤਾ ਕਿ ਸਿੱਖਿਆ ਦਾ ਨਾ ਤਾਂ ਆਰੰਭ ਹੁੰਦਾ ਹੈ ਨਾ ਹੀ ਅੰਤ ਹੁੰਦਾ ਹੈ। ਉਹਨਾਂ ਨੇ ਲਾਈਫ ਲੌਂਗ ਪ੍ਰੋਸੈਸ ਮੰਨਿਆ ਸਿੱਖਿਆ ਨੂੰ। ਫਿਰ ਸਿੱਖਿਆ ਦੇ ਉਦੇਸ਼ ਕੀ ਦਿੱਤੇ ਨੇ? ਉਹਨਾਂ ਨੇ ਦੋ ਤਰ੍ਹਾਂ ਦੇ ਸਿੱਖਿਆ ਦੇ ਉਦੇਸ਼ ਦਿੱਤੇ ਨੇ, ਤਤਕਾਲਿਕ ਤੇ ਅੰਤਿਮ। ਇਮੀਡੀਏਟ ਜਿਹੜੇ ਆਬਜੈਕਟਿਵਸ ਉਹ ਤੇ ਅਲਟੀਮੇਟ ਆਬਜੈਕਟਿਵਸ ਦੋ ਤਰ੍ਹਾਂ ਦੇ ਦਿੱਤੇ ਨੇ ਇਹਨਾਂ ਨੇ। ਤਤਕਾਲਿਕ ਉਦੇਸ਼ ਉਹ ਹੁੰਦੇ ਨੇ ਜੋ ਬੱਚੇ ਦੀ ਮੁੱਢਲੀ ਸਿੱਖਿਆ ਨਾਲ ਹੀ ਆਰੰਭ ਹੋ ਜਾਂਦੇ ਨੇ। ਸੰਖੇਪ ਸ਼ਬਦਾਂ ਵਿੱਚ ਸ਼ੁਰੂ ਦੇ ਹੀ ਉਦੇਸ਼ ਨੇ ਜਿਹੜੇ ਤਤਕਾਲਿਕ ਹੁੰਦੇ ਨੇ। ਬੱਚੇ ਦਾ ਚਰਿੱਤਰ ਨਿਰਮਾਣ, ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਤੇ ਸੱਭਿਆਚਾਰ ਨਾਲ ਜੋੜਨਾ, ਵਿਅਕਤੀ ਦੇ ਮਨ, ਸਰੀਰ ਤੇ ਆਤਮਾ ਦਾ ਪੂਰਨ ਵਿਕਾਸ ਕਰਨਾ, ਬੱਚੇ ਨੂੰ ਆਪਣੀ ਰੋਜੀ ਰੋਟੀ ਦੇ ਲਈ ਤਿਆਰ ਕਰਨਾ, ਚੰਗੇ ਨਾਗਰਿਕ ਦੇ ਗੁਣ ਵਿਕਸਿਤ ਕਰਨਾ ਜਿਹੜੇ ਮੁੱਖ ਉਦੇਸ਼ ਨੇ ਸਿੱਖਿਆ ਦੇ। ਅੰਤਿਮ ਉਦੇਸ਼ ਕੀ ਹੈ? ਬੱਚਾ ਜੀਵਨ ਦੇ ਹਰ ਪੁਰਸ਼ਾਰਥ ਦਾ ਰਸਤਾ ਤੈਅ ਕਰਦਾ ਹੋਇਆ ਸ਼ਕਤੀ ਸਾਧਨ ਪ੍ਰਾਪਤ ਕਰ ਸਕੇ। ਜਿਹੜੀਆਂ ਜੀਵਨ ਦੀਆਂ ਅੰਤਿਮ ਸੱਚਾਈਆਂ ਨੇ ਉਹਨਾਂ ਨੂੰ ਪ੍ਰਾਪਤ ਕਰ ਸਕੇ। ਅੱਗੇ ਚਰਿੱਤਰ ਨਿਰਮਾਣ ਤੇ ਜ਼ੋਰ। ਗਾਂਧੀ ਜੀ ਦੀ ਫਿਲਾਸਫੀ ਹੈ ਜਿਹੜੀ ਉਹਦੇ ਮੇਨ ਆਸਪੈਕਟ ਅਸੀਂ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ। ਉਹਨਾਂ ਨੇ ਚਰਿੱਤਰ ਨਿਰਮਾਣ ਤੇ ਜ਼ੋਰ ਦਿੱਤਾ। ਚਰਿੱਤਰ ਦਾ ਆਧਾਰ ਆ ਜਿਹੜਾ ਪਵਿੱਤਰਤਾ ਹੁੰਦਾ ਏ। ਸਿੱਖਿਆ ਹੀ ਚਰਿੱਤਰ ਨਿਰਮਾਣ ਆ ਜਿਹੜਾ ਉਹ ਕਰ ਸਕਦੀ ਹੈ। ਅਜਿਹੀ ਸਿੱਖਿਆ ਹੀ ਕੀ ਸਿੱਖਿਆ ਹੈ ਜਿਹੜੀ ਚਰਿੱਤਰ ਨਿਰਮਾਣ ਨਾ ਕਰ ਸਕੇ? ਚਰਿੱਤਰ ਹੀ ਕੀ ਜਿਸ ਵਿੱਚ ਸੱਚ ਤੇ ਸੱਚ ਵਰਗੇ ਗੁਣ ਮੌਜੂਦ ਨਾ ਹੋਣ। ਤਾਂ ਚਰਿੱਤਰ ਨਿਰਮਾਣ ਤੇ ਜ਼ੋਰ ਦਿੱਤਾ ਗਾਂਧੀ ਜੀ ਨੇ। ਹੱਥ ਸ਼ਿਲਪ ਕਲਾ ਦਾ ਵਿਸਥਾਰ। ਗਾਂਧੀ ਜੀ ਕਹਿੰਦੇ ਨੇ ਕਿ ਹੱਥੀਂ ਮਿਹਨਤ ਕਰਕੇ ਉਤਪਾਦਨ ਕਰਨ ਵਿੱਚ ਬਹੁਤ ਜ਼ਿਆਦਾ ਮਹੱਤਵ ਆ। ਉਹਨਾਂ ਦੇ ਅਨੁਸਾਰ ਸਿੱਖਿਆ ਜਿਹੜੀ ਆ ਸ਼ਿਸ਼ੂ ਕਾਲ ਵਿੱਚ ਹੀ ਬੱਚੇ ਨੂੰ ਸ਼ਿਲਪ ਕਲਾ ਵੱਲ ਆਕਰਸ਼ਿਤ ਕਰਕੇ ਪ੍ਰਯੋਗਾਤਮਕ ਸਿੱਖਿਆ ਜਿਹੜੀ ਆ ਉਹ ਦੇਵੇ। ਹੱਥ ਸ਼ਿਲਪ ਇਕਹਿਰੇ ਵਿਸ਼ੇ ਦੇ ਰੂਪ ਵਿੱਚ ਨਹੀਂ ਪਾਇਆ ਜਾਣਾ ਚਾਹੀਦਾ, ਬਲਕਿ ਸਿੱਖਿਆ ਦੀ ਸਾਰੀ ਪ੍ਰਕਿਰਿਆ ਇਸ ਮਾਧਿਅਮ ਨਾਲ ਦੇਣੀ ਚਾਹੀਦੀ ਹੈ। ਭਾਵ ਬਾਕੀ ਜਿਹੜੇ ਸਬਜੈਕਟ ਨੇ ਉਹਨਾਂ ਨਾਲ ਇੰਟੀਗ੍ਰੇਟ ਕਰਕੇ ਸ਼ਿਲਪ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਜਿਹੜਾ ਵਿਅਕਤੀ ਉਸ ਨੂੰ ਵਿਅਕਤੀਗਤ ਢੰਗ ਨਾਲ ਸ਼ਿਲਪ ਸਿਖਾਉਣੀ ਚਾਹੀਦੀ ਹੈ, ਕਿਉਂਕਿ ਬੱਚਾ ਇਸ ਗੱਲ ਨੂੰ ਸਮਝ ਜਾਵੇ ਕਿ ਹਰੇਕ ਕਿਰਿਆ ਪਿੱਛੇ ਕਿਉਂ ਤੇ ਕਿਵੇਂ ਦਾ ਆਧਾਰ ਹੁੰਦਾ ਏ। ਹੱਥ ਸ਼ਿਲਪ ਸਿੱਖਿਆ ਨੂੰ ਜੇਕਰ ਮਨੋਵਿਗਿਆਨਕ ਪੱਖ ਤੋਂ ਦੇਖੀਏ ਤਾਂ ਇਸ ਨਾਲ ਬੱਚੇ ਦੇ ਅਨੁਭਵ ਦਾ ਵਿਵਹਾਰਿਕ ਬੌਧਿਕ ਤੱਤਾਂ ਵਿੱਚ ਸਮਤੋਲ ਬਣ ਜਾਂਦਾ ਏ। ਸਮਾਜਿਕ ਤੌਰ 'ਤੇ ਮਿਹਨਤ ਦਾ ਫਾਇਦਾ ਇਹ ਹੁੰਦਾ ਹੈ ਕਿ ਸਮਾਜ ਦਾ ਗੌਰਵ ਵੱਧਦਾ ਹੈ ਅਤੇ ਵਿਕਾਸ ਹੁੰਦਾ ਹੈ। ਫਿਰ ਉਹਨਾਂ ਨੇ ਇਸਤਰੀ ਸਿੱਖਿਆ ਦਾ ਕੰਸੈਪਟ ਦਿੱਤਾ ਹੈ। ਨਾਰੀ ਦੀ ਸਿੱਖਿਆ ਨੂੰ ਤੰਦਰੁਸਤ ਤੇ ਗੁਣਾਂ ਨਾਲ ਭਰਪੂਰ ਸਮਾਜ ਦਾ ਆਧਾਰ ਮੰਨਿਆ ਉਹਨਾਂ ਨੇ, ਕਿਉਂਕਿ ਔਰਤ ਤੇ ਮਰਦ ਦਾ ਜੋੜਾ ਇੱਕ ਦੂਸਰੇ ਦਾ ਪੂਰਕ ਹੁੰਦਾ ਏ। ਦੋਨਾਂ ਦਾ ਫਾਇਦਾ ਵੀ ਸਾਂਝਾ ਤੇ ਨੁਕਸਾਨ ਵੀ ਸਾਂਝਾ ਹੁੰਦਾ ਹੈ। ਇਸ ਲਈ ਔਰਤ ਦੀ ਸਿੱਖਿਆ ਪ੍ਰਾਪਤ ਕਰਨ ਦਾ ਅਰਥ ਹੈ ਸਮਾਜ ਵਿੱਚ ਸਹਿਣਸ਼ੀਲਤਾ, ਬਲੀਦਾਨੀ, ਪਵਿੱਤਰਤਾ, ਸੱਚਮੁੱਚ ਜਿਹੇ ਗੁਣ ਦਾ ਵਿਕਾਸ ਹੋਣਾ। ਗਾਂਧੀ ਜੀ ਨੇ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਨੂੰ ਕਿਹਾ ਹੈ ਤੇ ਹੋਰ ਵੀ ਰਾਸ਼ਟਰੀ ਭਾਸ਼ਾਵਾਂ ਦੇ ਮਹੱਤਵ ਨੂੰ ਪ੍ਰੇਰਿਤ ਕੀਤਾ ਹੈ। ਸਿੱਖਿਆ ਦੀ ਵਿਧੀਆਂ ਵਿੱਚ ਉਹਨਾਂ ਨੇ ਕਿਰਿਆ ਰਾਹੀਂ ਸਿੱਖਣਾ, ਲਿਖਣ ਤੋਂ ਪਹਿਲਾਂ ਸਿੱਖਣਾ, ਚਿੰਤਨ ਤਰਕ ਦੁਆਰਾ ਸਿੱਖਣਾ, ਮੌਖਿਕ ਸਿੱਖਿਆ ਵਿਧੀ
ਅਧਿਆਪਕਾਂ ਦੇ ਉੱਚ ਆਦਰਸ਼ਾਂ ਰਾਹੀਂ ਸਿੱਖਣਾ, ਸ਼ਿਲਪ ਕਲਾ ਦੀ ਸਿੱਖਿਆ, ਅਨੁਭਵਾਂ ਨੂੰ ਵੱਖ-ਵੱਖ ਪ੍ਰਯੋਗਾਂ ਦੇ ਵਿੱਚ ਵਿਕਾਸ ਕਰਨਾ, ਅਨੁਸ਼ਾਸਨ ਨੂੰ ਉੱਚ ਆਦਰਸ਼ਾਂ ਰਾਹੀਂ ਸਿਖਾਉਣਾ। ਅਧਿਆਪਕਾਂ ਦੀ ਕਾਰਜਕੁਸ਼ਲਤਾ ਦੁਆਰਾ ਬੱਚੇ ਦਾ ਆਤਮਿਕ ਵਿਕਾਸ ਕਰਨਾ, ਵਿਸ਼ਿਆਂ ਦੀਆਂ ਗਤੀਵਿਧੀਆਂ ਦਾ ਆਪਸੀ ਸੰਬੰਧ ਪੈਦਾ ਕਰਨਾ। ਅੱਗੇ ਉਹਨਾਂ ਨੇ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਦੇਣ ਦਿੱਤੀ ਆ ਬਹੁਤ ਵੱਡੀ। ਭਾਰਤੀ ਸਿੱਖਿਆ ਕਮਿਸ਼ਨ ਤੇ ਕੋਠਾਰੀ ਕਮਿਸ਼ਨ 1964-66 ਨੇ ਗਾਂਧੀ ਜੀ ਦੇ ਵਿਚਾਰਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ। ਮਹਾਤਮਾ ਗਾਂਧੀ ਦੇ ਸਿੱਖਿਆ ਸਿਧਾਂਤ ਦਾ ਭਾਰਤੀ ਸਿੱਖਿਆ ਦੇ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਸੀ। ਇਹ ਇੱਕ ਡੂੰਘੀ ਅਜਿਹੀ ਸਿੱਖਿਆ ਕ੍ਰਾਂਤੀ ਸੀ ਜੋ ਗੁਲਾਮ ਭਾਰਤ ਦੀ ਪਰੰਪਰਾਗਤ ਸਿੱਖਿਆ ਪ੍ਰਣਾਲੀ ਤੇ ਡੂੰਘੀ ਸੱਟ ਮਾਰਦੀ ਸੀ। ਗਾਂਧੀ ਜੀ ਨੇ 25 ਸਾਲ ਪੁਰਾਣੇ ਤੋਂ ਪਹਿਲਾਂ ਬੁਨਿਆਦੀ ਸਿੱਖਿਆ ਦੇ ਅੰਦੋਲਨ ਨਾਲ ਰਾਸ਼ਟਰ ਦੀ ਨਵੀਂ ਪ੍ਰਕਾਰ ਦੀ ਮੁੱਢਲੀ ਸਿੱਖਿਆ ਦਾ ਪ੍ਰਸਤਾਵ ਪੇਸ਼ ਕੀਤਾ। ਇਸ ਦਾ ਕੇਂਦਰ ਬਿੰਦੂ ਸਰੀਰਕ ਮਿਹਨਤ ਤੇ ਉਤਪਾਦਕ ਕਾਰਜ ਸੀ। ਇਸ ਕਮਿਸ਼ਨ ਨੇ ਭਾਰਤੀ ਸਿੱਖਿਆ ਦਰਸ਼ਨ ਵਿੱਚ ਗਾਂਧੀ ਜੀ ਦੁਆਰਾ ਦਿੱਤੇ ਯੋਗਦਾਨ ਨੂੰ ਸਭ ਤੋਂ ਉੱਤਮ ਦੱਸਦਿਆਂ ਸਮਾਜਿਕ ਵਾਤਾਵਰਣ ਤੇ ਭੂਗੋਲਿਕ ਵਾਤਾਵਰਣ ਵਿੱਚ ਡੂੰਘਾ ਸੰਬੰਧ ਦੱਸਿਆ। ਗਾਂਧੀ ਜੀ ਦੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ, ਕਿਹੜੀ ਦਿਸ਼ਾ ਦਿੱਤੀ? ਵਾਰਦਾ ਯੋਜਨਾ, ਮੁੱਢਲੀ ਰਾਸ਼ਟਰੀ ਸਿੱਖਿਆ ਜਿਹੜੀ ਦਿੱਤੀ ਆ ਉਹਨਾਂ ਨੇ। 1937 ਵਿੱਚ ਵਿਚਾਰ ਲਈ ਵਾਰਦਾ ਵਿੱਚ ਇੱਕ ਅਖਿਲ ਭਾਰਤੀ ਸਿੱਖਿਆ ਸੰਮੇਲਨ ਬੁਲਾਇਆ। ਸਿੱਖਿਆ ਸ਼ਾਸਤਰੀਆਂ ਦੀ ਇੱਕ ਸੰਮਤੀ ਬਣਾਈ। ਇਸ ਸੰਮਤੀ ਦੇ ਮੁਖੀ ਡਾਕਟਰ ਜ਼ਾਕਿਰ ਹੁਸੈਨ ਨੂੰ ਬਣਾਇਆ ਗਿਆ। ਇਸ ਸੰਮਤੀ ਦੀ ਮੁੱਢਲੀ ਰਿਪੋਰਟ ਆ ਜਿਹੜੀ ਰਿਪੋਰਟ ਆ ਉਹ ਮੁੱਢਲੀ ਸਿੱਖਿਆ ਜਾਂ ਵਾਰਦਾ ਯੋਜਨਾ ਦੇ ਨਾਮ ਨਾਲ ਜਾਣੀ ਜਾਂਦੀ ਹੈ। ਤਾਂ ਵਾਰਦਾ ਯੋਜਨਾ ਜਿਹੜੀ ਆ ਉਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸੀਗੀਆਂ? ਆਤਮ ਨਿਰਭਰਤਾ, ਬੱਚਿਆਂ ਨੂੰ ਸਿੱਖਿਆ ਦੀ ਅਜਿਹੀ ਵਿਵਸਥਾ ਪੈਦਾ ਕਰਨੀ ਜਿਸ ਨਾਲ ਉਹ ਆਤਮ ਨਿਰਭਰ ਬਣ ਸਕਣ। ਸਕੂਲ ਸਮਾਜ ਦਾ ਇੱਕ ਛੋਟਾ ਅੰਗ, ਸਿੱਖਿਆ ਦਾ ਸੰਬੰਧ ਸਮਾਜ ਦੀਆਂ ਲੋੜਾਂ ਮੁਤਾਬਕ ਹੋਣਾ ਚਾਹੀਦਾ ਹੈ ਕਿਉਂਕਿ ਸਕੂਲ ਸਮਾਜ ਦਾ ਇੱਕ ਛੋਟਾ ਜਿਹਾ ਅੰਗ ਹੁੰਦਾ ਹੈ ਤੇ ਇਸ ਨਿਯਮ ਤਹਿਤ ਮੁੱਢਲੀ ਰਾਸ਼ਟਰੀ ਸਿੱਖਿਆ ਇਸ ਉਦੇਸ਼ ਨੂੰ ਪੂਰਾ ਕਰਦੀ ਹੋਣੀ ਚਾਹੀਦੀ ਹੈ। ਮਤਲਬ ਸਮਾਜਿਕ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ, ਸਮਾਜਿਕਰਨ ਹੋਣਾ ਚਾਹੀਦਾ ਬੱਚੇ ਦਾ। ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਜਿਹੜੀ ਬੇਸਿਕ ਐਜੂਕੇਸ਼ਨ ਆ ਉਹ ਫ੍ਰੀ ਤੇ ਕੰਪਲਸਰੀ ਹੋਣੀ ਚਾਹੀਦੀ ਹੈ। ਇਸ ਸਕੀਮ ਮੁਤਾਬਕ ਕਿਰਿਆ ਦੁਆਰਾ ਸਿੱਖਣਾ, ਕਿਤਾਬੀ ਗਿਆਨ ਤੇ ਨਿਰਭਰ ਰਹਿਣਾ ਮੂਰਖਤਾ ਹੈ। ਵਿਚਾਰ ਵਟਾਂਦਰਾ, ਬਹਿਸ, ਪ੍ਰਯੋਗ, ਨਿਰੀਖਣ ਆਦਿ ਤੇ ਵੀ ਜਿਹੜਾ ਸਿੱਖਣ ਦਾ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਮਾਤ ਭਾਸ਼ਾ ਦਾ ਮਹੱਤਵ ਪੇਸ਼ ਕੀਤਾ ਗਾਂਧੀ ਜੀ ਨੇ। ਕਹਿੰਦੇ ਬੇਸ਼ੱਕ ਵਿਦੇਸ਼ੀ ਭਾਸ਼ਾਵਾਂ ਦਾ ਮਹੱਤਵ ਆ ਪਰ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਹੀ ਹੋਣਾ ਚਾਹੀਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਕੇਵਲ ਰੱਟਾ ਲਗਾਇਆ ਜਾਂਦਾ ਹੈ ਜਦਕਿ ਮਾਤ ਭਾਸ਼ਾ ਵਿੱਚ ਸਿੱਖਿਆ ਉਦੇਸ਼ਾਂ, ਲਕਸ਼ਾਂ ਤੇ ਵਿਸ਼ੇਸ਼ਤਾਵਾਂ ਨੂੰ ਭਲੀ-ਭਾਂਤ ਗਿਆਨ ਮਿਲਦਾ ਹੈ। ਸੰਪੂਰਨ ਸਿੱਖਿਆ, ਇਸ ਯੋਜਨਾ ਤਹਿਤ ਇਸ ਸੰਮਤੀ ਨੇ ਸੰਪੂਰਨ ਸਿੱਖਿਆ ਦੀ ਵਿਵਸਥਾ ਕੀਤੀ ਜਿਸ ਵਿੱਚ ਭੌਤਿਕ ਵਾਤਾਵਰਣ, ਸਮਾਜਿਕ ਵਾਤਾਵਰਣ, ਹੱਥ ਸ਼ਿਲਪ ਨੂੰ ਉਤਸ਼ਾਹਿਤ ਕੀਤਾ ਗਿਆ। ਫਿਰ ਹੈਗਾ ਹਰ ਵਰਗ ਤੇ ਹਰ ਖੇਤਰ ਲਈ ਸਿੱਖਿਆ। ਉਹਨਾਂ ਨੇ ਮੁੱਢਲੀ ਰਾਸ਼ਟਰੀ ਸਿੱਖਿਆ ਹਰ ਵਰਗ ਭਾਵ ਅਮੀਰ ਗਰੀਬ, ਹਰ ਖੇਤਰ ਭਾਵ ਪਿੰਡ ਤੇ ਸ਼ਹਿਰ ਸਾਰਿਆਂ ਲਈ ਇਸ ਦੀ ਲੋੜ ਨੂੰ ਦੱਸਿਆ। ਉਹਨਾਂ ਦੱਸਿਆ ਕਿ ਕੰਮ ਕਰਦੇ ਸਮੇਂ ਵਾਸਤਵਿਕ ਜੀਵਨ ਦਾ ਅਨੁਭਵ ਦਾ ਗਿਆਨ ਪ੍ਰਾਪਤ ਹੁੰਦਾ ਹੈ। ਇਹ ਅਨੁਭਵ ਸਿੱਖਿਆ ਪ੍ਰਾਪਤ ਕਰਨ ਨਾਲੋਂ ਹੋਰ ਵੀ ਵਿਕਸਿਤ ਹੋ ਜਾਂਦਾ ਹੈ। ਇਸ ਤਰ੍ਹਾਂ ਵੱਡੇ ਵੱਡੇ ਸ਼ਹਿਰਾਂ ਦੇ ਬੱਚੇ ਬਚਪਨ ਦੇ ਅਨੁਭਵਾਂ ਤੋਂ ਵੰਚਿਤ ਰਹਿ ਜਾਂਦੇ ਨੇ ਜਦਕਿ ਪਿੰਡਾਂ ਦੇ ਬੱਚੇ ਆਪਣੇ ਮਾਤਾ ਪਿਤਾ ਨਾਲ ਖੇਤਾਂ ਵਿੱਚ ਕੰਮ ਕਰਕੇ ਅਨੁਭਵ ਪ੍ਰਾਪਤ ਕਰ ਲੈਂਦੇ ਨੇ। ਇਸ ਲਈ ਮੁੱਢਲੀ ਸਿੱਖਿਆ ਪ੍ਰਣਾਲੀ ਨੂੰ ਪਿੰਡਾਂ ਤੇ ਸ਼ਹਿਰਾਂ ਦੋਵਾਂ ਵਰਗਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ। ਇਸ ਤਰ੍ਹਾਂ ਗਾਂਧੀ ਜੀ ਨੇ ਭਾਰਤੀ ਪ੍ਰਣਾਲੀ ਅਨੁਸਾਰ ਬੱਚਿਆਂ ਦੇ ਸਰੀਰਕ, ਮਾਨਸਿਕ, ਆਤਮਿਕ ਤੇ ਵਿਵਸਾਇਕ ਪੱਖਾਂ ਦੇ ਵਿਕਾਸ ਨੂੰ ਰੋਸ਼ਨ ਕੀਤਾ ਜਿਹੜੇ ਕਿ ਅੱਜ ਵੀ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਨੇ। ਤਾਂ ਅੱਜ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ ਗਾਂਧੀ ਜੀ ਦੀ ਜਿਹੜੀ ਫਿਲਾਸਫੀ ਸੀਗੀ, ਗਾਂਧੀ ਜੀ ਦੀ ਸੋਚ ਸੀਗੀ ਸਿੱਖਿਆ ਪ੍ਰਤੀ, ਉਹ ਬਹੁਤ ਮਹੱਤਵਪੂਰਨ ਸਥਾਨ ਰੱਖਦੀ ਆ ਤੇ ਅਪਣਾਈ ਗਈ ਆ। ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ, ਅੱਗੇ ਫਿਰ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆ। ਓਕੇ, ਥੈਂਕਸ।